ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਬਾਰੇ ਚ ਆਪਣਾ ਕਰੈਕਟਰਿਸਟਿਕਸ ਆਪਾਂ ਡਿਸਕਸ ਕੀਤੀਆਂ ਸੀ। ਐਡਵਾਂਟੇजेस ਓਵਰ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਜੋ DBMS ਤੋਂ ਪਹਿਲਾਂ ਸੀ, ਉਹਦੇ ਤੋਂ ਇਹਦੇ ਕੀ ਫਾਇਦੇ ਨੇ ਆਪਾਂ ਉਹ ਡਿਸਕਸ ਕਰਨੇ ਨੇ। ਐਡਵਾਂਟੇजेस ਕੀ ਨੇ? ਸਭ ਤੋਂ ਪਹਿਲਾਂ ਮੇਨ ਐਡਵਾਂਟੇਜ ਹੈ ਮਿਨੀਮਲ ਡਾਟਾ ਰੀਡੰਡੈਂਸੀ। ਰੀਡੰਡੈਂਸੀ ਬਾਰੇ ਦੱਸਿਆ ਸੀ, ਡੁਪਲੀਕੇਟ ਹੋਣਾ, ਡਾਟੇ ਦਾ ਡੁਪਲੀਕੇਟ ਹੋਣਾ। DBMS ਦੇ ਵਿੱਚ ਡਾਟਾ ਡੁਪਲੀਕੇਟ ਘਟਾਇਆ ਜਾ ਸਕਦਾ ਹੈ, ਰੀਡੰਡੈਂਸੀ ਰਿਡਿਊਸ ਕੀਤੀ ਜਾ ਸਕਦੀ, ਜੋ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ 'ਚ ਪੋਸੀਬਲ ਨਹੀਂ ਸੀ। ਇਹ ਪਹਿਲੀ ਐਡਵਾਂਟੇਜ। Since the whole data resides in one central database, the various programs in the application can access data in different data files. ਸਾਰਾ ਡਾਟਾ ਇੱਕ ਸੈਂਟਰਲ ਡਾਟਾਬੇਸ ਦੇ ਵਿੱਚ ਇੱਕ ਜਗ੍ਹਾ ਤੇ ਪਿਆ, ਮਲਟੀਪਲ ਕੰਪਿਊਟਰਸ ਤੇ ਨਹੀਂ ਕਾਪੀ ਕੀਤਾ ਹੋਇਆ। ਇਸ ਕਰਕੇ ਉਹ ਇੱਕ ਜਗ੍ਹਾ ਤੇ ਹੋਣ ਕਰਕੇ ਉਹਨੂੰ ਡੁਪਲੀਕੇਟ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਰੀਡੰਡੈਂਸੀ ਦੀ ਲੋੜ ਨਹੀਂ ਪੈਂਦੀ, ਰੀਡੰਡੈਂਸੀ ਪਹਿਲਾਂ ਹੀ ਬਹੁਤ ਘੱਟ ਜਾਂਦੀ। ਉਹ ਸਾਰਾ ਅਲੱਗ-ਅਲੱਗ ਫਾਈਲਾਂ 'ਚ ਇੱਕੋ ਹੀ ਕੰਪਿਊਟਰ ਦੇ ਉੱਤੇ ਪਿਆ। Hence, data present in one file need not be duplicated in another. This reduces data redundancy. ਹੁਣ ਰੀਡੰਡੈਂਸੀ ਘਟੇਗੀ ਤਾਂ ਡਾਟਾ ਕੰਸਿਸਟੈਂਸੀ ਆਪਣੇ ਆਪ ਸਹੀ ਹੋ ਜਾਏਗੀ। ਰਿਡਿਊਸਡ ਡਾਟਾ ਰੀਡੰਡੈਂਸੀ ਲੀਡਸ ਟੂ ਬੈਟਰ ਡਾਟਾ ਕੰਸਿਸਟੈਂਸੀ। ਕੰਸਿਸਟੈਂਸੀ ਮਤਲਬ ਕਿ ਕਨਫਿਊਜ਼ਨ ਨਾ ਹੋਵੇ। ਕਨਫਿਊਜ਼ਨ ਉਦੋਂ ਹੁੰਦੀ ਹੈ ਜਦੋਂ ਮਲਟੀਪਲ ਕਾਪੀਜ਼ ਹੁੰਦੀਆਂ ਨੇ, ਜਦੋਂ ਕਾਪੀ ਇੱਕ ਹੈ ਫਿਰ ਕਨਫਿਊਜ਼ਨ ਕਾਹਦੀ। ਇਸ ਕਰਕੇ ਡਾਟਾ ਕੰਸਿਸਟੈਂਸੀ ਆਪਣੇ ਆਪ ਆ ਜਾਏਗੀ। तीसरा है डाटा इंटीग्रेशन। Since related data is stored in one single database, ਇੱਕੋ ਹੀ database ਦੇ ਵਿੱਚ ਸਾਰਾ data store ਕੀਤਾ ਜਾਂਦਾ ਹੈ। Enforcing data integrity is much easier. Integrity मतलब कि data consistent ਹੋਣਾ ਚਾਹੀਦਾ ਹੈ ਤੇ ਕੁਝ ਰੂਲਸ ਨੇ ਕਿ ਡਾਟਾ ਗਲਤ ਐਂਟਰ ਨਾ ਹੋਵੇ, ਕਰੈਕਟ ਐਂਡ ਕੰਸਿਸਟੈਂਟ ਹੋਵੇ, ਤਾਂ ਉਹਨੂੰ ਇੰਟੈਗ੍ਰੇਸ਼ਨ ਕਹਿੰਦੇ ਆ, ਡਾਟਾ ਇੰਟੀਗ੍ਰੇਸ਼ਨ ਜਾਂ ਇੰਟੈਗ੍ਰਿਟੀ। ਕਿਉਂਕਿ ਡਾਟਾ ਸਿੰਗਲ ਡਾਟਾਬੇਸ ਦੇ ਵਿੱਚ ਪਿਆ ਹੈ, ਇਸ ਕਰਕੇ ਡਾਟਾ ਇੰਟੈਗ੍ਰਿਟੀ ਨੂੰ ਬਰਕਰਾਰ ਰੱਖਣਾ ਬਹੁਤ ਸੌਖਾ। ਅਸੀਂ ਕੁਝ ਰੂਲਸ ਅਪਲਾਈ ਕਰ ਸਕਦੇ। Moreover, the functions in the database management system can be used to enforce the integrity rules with minimal programming in the application programs. ਐਪਲੀਕੇਸ਼ਨ ਪ੍ਰੋਗਰਾਮ ਤਾਂ ਉਹ ਨੇ ਜਿਹੜੇ ਡਾਟਾਬੇਸ ਨੂੰ ਯੂਜ਼ ਕਰਦੇ। ਤਾਂ ਜਿਹੜਾ ਡਾਟਾਬੇਸ ਹੈ, ਡਾਟਾਬੇਸ ਮੈਨੇਜਮੈਂਟ ਸਿਸਟਮ ਹੈ, ਉਹਦੇ ਅੰਦਰ ਇਸ ਤਰ੍ਹਾਂ ਦਾ ਸਿਸਟਮ ਸੈੱਟ ਕੀਤਾ ਗਿਆ ਕਿ ਤੁਸੀਂ ਜਿਹੜੇ ਰੂਲਸ ਅਪਲਾਈ ਕਰਨਾ ਚਾਹੁੰਦੇ ਹੋ ਉਹ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ, ਕਾਲਮ ਵਾਈਜ਼ ਵੀ, ਪੂਰੇ ਟੇਬਲ ਤੇ ਵੀ। ਜਿਵੇਂ ਮੰਨ ਲਓ ਫॉर ਐਗਜ਼ਾਮਪਲ ਤੁਸੀਂ ਚਾਹੁੰਦੇ ਹੋ ਕਿ ਏਜ ਦੇ ਲਈ ਇੱਕ ਕਾਲਮ ਬਣਾਇਆ, ਤੁਸੀਂ ਚਾਹੁੰਦੇ ਹੋ ਕਿ ਏਜ ਜਿਹੜੀ ਹੈ ਉਹ 18 ਸਾਲ ਤੋਂ ਘੱਟ ਐਂਟਰ ਹੀ ਨਾ ਹੋਵੇ, ਤਾਂ ਇੱਕ ਰੂਲ ਬਣ ਗਿਆ ਹੈ। ਜਦੋਂ ਵੀ ਤੁਸੀਂ ਐਂਟਰ ਕਰ ਕੋਈ ਵੀ ਯੂਜ਼ਰ ਡਾਟਾ ਐਂਟਰ ਕਰੇਗਾ, 18 ਸਾਲ ਤੋਂ ਘੱਟ ਏਜ ਐਂਟਰ ਕਰੇਗਾ ਤਾਂ ਉਹ ਐਕਸੈਪਟ ਹੀ ਨਹੀਂ ਕਰੇਗਾ DBMS। ਇਸ ਤਰ੍ਹਾਂ ਨਾਲ ਡਾਟਾ ਇੰਟੈਗ੍ਰਿਟੀ ਨੂੰ ਬਰਕਰਾਰ ਰੱਖਣ ਲਈ ਡਾਟਾ ਕੁਝ ਰੂਲਸ ਜਿਹੜੇ ਸਾਨੂੰ ਚਾਹੀਦੇ ਹੁੰਦੇ ਨੇ, ਅਸੀਂ ਉਹ DBMS ਦੀ ਮਦਦ ਦੇ ਨਾਲ ਈਜ਼ੀਲੀ ਅਪਲਾਈ ਕਰ ਸਕਦੇ ਹਾਂ ਤੇ ਡਾਟਾ ਸਾਡਾ ਸਹੀ ਐਂਟਰ ਹੋਵੇ, ਵੱਧ ਤੋਂ ਵੱਧ ਸਹੀ, ਇਨਕਰੈਕਟ ਡਾਟਾ ਐਂਟਰ ਨਾ ਹੋਵੇ। ਇਹਦਾ ਮਤਲਬ ਹੈ ਡਾਟਾ ਸ਼ੇਅਰਿੰਗ। ਹੁਣ ਡਾਟਾ ਕਿਉਂਕਿ ਸਰਵਰ ਤੇ ਪਿਆ ਹੈ, ਸੈਂਟਰਲ ਮੈਨਰ 'ਚ ਪਿਆ, ਉਹ ਸ਼ੇਅਰ ਹੋ ਰਿਹਾ, ਮਲਟੀਪਲ ਯੂਜ਼ਰ ਉਹਦੇ ਨਾਲ ਕਨੈਕਟਡ। Related data can be shared across programs since data is stored in centralized manner. Even new applications can be developed to operate against the same data. ਡਾਟਾ ਸੈਂਟਰਲਾਈਜ਼ ਸਿਸਟਮ ਤੇ ਪਿਆ ਹੋਏਗਾ, ਉਸ ਨੂੰ ਜਿਸ ਤਰ੍ਹਾਂ ਨਾਲ ਵੀ ਲੋੜ ਹੈ ਐਪਲੀਕੇਸ਼ਨ ਪ੍ਰੋਗਰਾਮ ਬਣਾ ਕੇ ਯੂਜ਼ ਕੀਤਾ ਜਾ ਸਕਦਾ। ਜਿਵੇਂ ਮੰਨ ਲਓ ਤੁਸੀਂ ਰਿਜ਼ਲਟ ਦੇਖਦੇ ਹੋ, ਯੂਨੀਵਰਸਿਟੀ ਸਰਵਰ ਦੇ ਉੱਤੇ ਰਿਜ਼ਲਟ ਪਏ ਹਨ, ਸਾਰਾ ਡਾਟਾ ਰਿਜ਼ਲਟਸ ਦਾ ਉੱਥੇ ਪਿਆ। ਹੁਣ ਅਸੀਂ ਉਹ ਰਿਜ਼ਲਟ ਦੇਖਦੇ ਹਾਂ ਤੇ ਮਾਰਕਸ ਕਾਰਡ ਜਿਹੜੇ ਪ੍ਰਿੰਟ ਕਰਨਗੇ ਕਲੈਰੀਕਲ ਸਟਾਫ, ਉਹ ਵੀ ਉਸੇ ਡਾਟੇ ਨੂੰ ਸ਼ੇਅਰ ਕਰ ਰਹੇ ਨੇ। ਤੁਸੀਂ ਵੀ ਉਸੇ ਨੂੰ ਆਨਲਾਈਨ ਆਪਣੇ ਮੋਬਾਈਲ ਤੇ ਵੀ ਦੇਖ ਸਕਦੇ ਹੋ। ਡਾਟਾ ਮਤਲਬ ਸ਼ੇਅਰ ਹੋ ਰਿਹਾ, ਤਾਂ DBMS ਕਰਕੇ। ਐਪਲੀਕੇਸ਼ਨ ਡਿਵੈਲਪਮੈਂਟ ਈਜ਼।
ਕਿਉਂਕਿ ਡਾਟਾਬੇਸ ਨੂੰ ਮੈਨੇਜ ਕਰਨ ਦੇ ਲਈ DBMS ਰਿਸਪੌਂਸਿਬਿਲਿਟੀ ਲੈਂਦਾ ਹੈ। ਇਸ ਕਰਕੇ ਡਿਵੈਲਪਮੈਂਟ, ਜਿਹੜੀ ਐਪਲੀਕੇਸ਼ਨ ਡਿਵੈਲਪਮੈਂਟ ਹੈ, ਜਿਹੜੀ ਅਸੀਂ ਫਰੰਟ ਐਂਡ ਬਣਾਉਣਾ ਜਾਂ ਇੰਟਰਫੇਸ ਬਣਾਉਣਾ, ਉਹ ਬਹੁਤ ਈਜ਼ੀ ਹੋ ਜਾਂਦਾ, ਕਿਉਂਕਿ ਸਾਨੂੰ DBMS ਜਾਂ ਡਾਟਾ ਲੈਵਲ ਦੇ ਉੱਤੇ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਉਹਨੂੰ ਸਮਝਣ ਦੀ, ਉਹਦੇ ਸਟਰਕਚਰ ਨੂੰ ਇੰਨਾ ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਸਿਰਫ ਉਹਦਾ ਓਵਰਵਿਊ ਚਾਹੀਦਾ ਹੁੰਦਾ ਕਿ ਕਿਸ ਤਰ੍ਹਾਂ ਦੇ ਕਿਹੜੇ ਕਿਹੜੇ ਟੇਬਲ ਬਣੇ ਨੇ, ਉਹਨਾਂ ਦੇ ਵਿੱਚ ਕੀ ਕਾਲਮ ਬਣਾਏ ਗਏ ਨੇ, ਉਹਨਾਂ ਦੇ ਨਾਮ ਕੀ ਨੇ, ਤੇ ਐਪਲੀਕੇਸ਼ਨ ਪ੍ਰੋਗਰਾਮ ਤਿਆਰ ਹੋ ਜਾਏ ਉਹਨਾਂ ਦੀ ਮਦਦ ਨਾਲ। The application programmer need not build the functions for handling issues like concurrent access, security, data integrity। ਇਹ ਚੀਜ਼ਾਂ DBMS ਰਿਸਪੌਂਸਿਬਿਲਿਟੀ ਲੈਂਦਾ ਹੈ। ਇਸ ਕਰਕੇ ਐਪਲੀਕੇਸ਼ਨ ਪ੍ਰੋਗਰਾਮਰ ਨੂੰ ਇਹਨਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ। The programmer only needs to implement the application business rules। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੋ ਵੀ ਸਾਡੇ ਰੂਲਸ ਨੇ ਉਹ ਅਸੀਂ ਅਪਲਾਈ ਕਰਦੇ ਹਾਂ, ਕਿ ਸਾਡਾ ਡਾਟਾ ਸਹੀ ਐਂਟਰ ਹੋਵੇ, ਸਟੋਰ ਹੋ ਕੇ ਉਹ ਰਿਟਰੀਵ ਕਿਸ ਤਰੀਕੇ ਨਾਲ ਕਰਨਾ ਹੈ, ਬਸ ਉਹਦੇ ਤੇ ਕੰਸੈਂਟਰੇਸ਼ਨ ਕਰਨੀ ਹੁੰਦੀ ਹੈ ਐਪਲੀਕੇਸ਼ਨ ਪ੍ਰੋਗਰਾਮਰ। ਦਿਸ ਬ੍ਰਿੰਗਸ ਇਨ ਐਪਲੀਕੇਸ਼ਨ ਡਿਵੈਲਪਮੈਂਟ ਈਜ਼। ਸੌਖਾ ਕੰਮ ਹੋ ਜਾਂਦਾ ਇਹਦੇ ਨਾਲ, ਕਿਉਂਕਿ ਸਾਡਾ ਬਹੁਤ ਸਾਰਾ ਬਰਡਨ ਜਿਹੜਾ ਡਾਟੇ ਨੂੰ ਮੈਨੇਜ ਕਰਨ ਤੇ ਲੱਗਣਾ ਸੀ, ਉਹ DBMS ਕਰ ਰਿਹਾ। Adding additional functional modules is also easier than the file-based system। ਜਿਹੜੇ ਪਹਿਲਾਂ ਟ੍ਰੈਡੀਸ਼ਨਲ ਫਾਈਲ-ਬੇਸਡ ਸਿਸਟਮ ਸੀ, ਉਹਨਾਂ ਦੇ ਵਿੱਚ ਅਸੀਂ ਅਗਰ ਨਵੇਂ ਫੰਕਸ਼ਨ ਅਪਲਾਈ ਕਰਨੇ ਹੁੰਦੇ ਸੀ ਤਾਂ ਔਖਾ ਹੋ ਜਾਂਦਾ। ਇਹਦੇ ਵਿੱਚ ਸੌਖਾ ਹੈ, ਕਿਉਂਕਿ ਡਾਟਾਬੇਸ ਦਾ ਇੱਕ ਪ੍ਰੋਪਰ ਸਟਰਕਚਰ ਹੁੰਦਾ। ਉਹ ਸਟਰਕਚਰ ਸਾਨੂੰ ਪਤਾ ਲੱਗ ਜਾਵੇ ਤਾਂ ਅਸੀਂ ਉਹਨੂੰ ਜਿਸ ਤਰੀਕੇ ਨਾਲ ਮਰਜ਼ੀ ਡਾਟੇ ਨੂੰ ਫਿਲਟਰ ਕਰਕੇ ਰੀਡ ਕਰ ਸਕਦੇ ਹਾਂ ਜਾਂ ਰਿਪੋਰਟਸ ਤਿਆਰ ਕਰ ਸਕਦੇ ਹਾਂ। ਫੰਕਸ਼ਨ ਜਿਹੜਾ ਵੀ ਅਸੀਂ ਅਪਲਾਈ ਕਰਨਾ ਚਾਹੀਏ ਅਸੀਂ ਕਰ ਸਕਦੇ। ਬੈਟਰ ਕੰਟਰੋਲ ਐਂਡ ਸਿਕਿਉਰਿਟੀ। ਜਿਹੜੀ ਸਾਡੇ ਕੋਲੇ DBMS ਹੈ, DBMS ਦਾ ਜਿਹੜਾ ਮੇਨ ਕੰਮ ਹੈ ਉਹ ਹੈ ਡਾਟੇ ਨੂੰ ਕੰਟਰੋਲ ਕਰਕੇ ਰੱਖਣਾ, ਡਾਟੇ ਨੂੰ ਸਿਕਿਉਰਿਟੀ ਪ੍ਰੋਵਾਈਡ ਕਰ। ਸੋ ਡਾਟੇ ਨੂੰ ਸਿਕਿਉਰਿਟੀ ਪ੍ਰੋਵਾਈਡ DBMS ਕਿਵੇਂ ਕਰਦਾ ਹੈ? ਆਥੋਰਾਈਜੇਸ਼ਨ ਸਬ ਸਿਸਟਮ ਦੀ ਮਦਦ ਦੇ ਨਾਲ। ਜਦੋਂ ਤੁਸੀਂ ਡਾਟਾ ਐਕਸੈਸ ਕਰਨਾ ਹੋਏਗਾ ਤਾਂ ਤੁਹਾਨੂੰ ਪਹਿਲਾਂ ਉਹਦੇ ਵਿੱਚ ਲੌਗਇਨ ਪਾਸਵਰਡ ਵਗੈਰਾ ਐਂਟਰ ਕਰਨੇ ਪੈਣ। ਯੂਜ਼ਰ ਨੇਮ ਪਾਸਵਰਡ ਐਂਟਰ ਕਰਕੇ ਤੁਹਾਡੀ ਆਥੋਰਾਈਜੇਸ਼ਨ ਹੋਏਗੀ। ਫਿਰ ਅੱਗੇ ਉਹ ਚੈੱਕ ਹੋਏਗਾ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਐਕਸੈਸ ਪ੍ਰੋਵਾਈਡ ਕੀਤੀ ਗਈ ਹੈ। ਤੁਸੀਂ ਸਿਰਫ ਰੀਡ ਕਰ ਸਕਦੇ ਹੋ ਜਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ। ਸਾਰੀਆਂ ਲੈਵਲ ਦੀ ਸਿਕਿਉਰਿਟੀ ਜਿਹੜੀ ਆ ਉਹ DBMS ਦੀ ਮਦਦ ਨਾਲ ਅਚੀਵ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਸਾਰਾ ਕੁਝ ਸੈਂਟਰਲਾਈਜ਼ਡ ਨੇਚਰ ਹੈ ਸਿਸਟਮ ਦੀ। ਇਸ ਕਰਕੇ ਉਸ ਸੈਂਟਰਲਾਈਜ਼ਡ ਨੇਚਰ ਤੇ ਸਰਵਰ ਤੇ ਇਹ ਚੀਜ਼ਾਂ ਅਪਲਾਈ ਹੋ ਜਾਂਦੀਆਂ। The data becomes more secure when DBMS is used to store data। The DBMS has an authorization subsystem which enforces secure access to database। Also, security can be enforced at table level, include read-only access or read-write access। ਕਿੱਦਾਂ ਦੀ ਐਕਸੈਸ ਪ੍ਰੋਵਾਈਡ ਕਰਨੀ ਹੈ? ਮੰਨ ਲਓ ਲੌਗਇਨ ਤਾਂ ਕਰ ਲਿਆ, ਉਸ ਤੋਂ ਬਾਅਦ ਵੀ ਅੱਗੇ ਸਿਕਿਉਰਿਟੀ ਹੁੰਦੀ ਹੈ ਕਿ ਸਿਰਫ ਰੀਡ ਓਨਲੀ ਐਕਸੈਸ ਪ੍ਰੋਵਾਈਡ ਕਰਨੀ ਹੈ ਇਸ ਬੰਦੇ ਨੂੰ, ਜਾਂ ਇਹ ਰਾਈਟ ਵੀ ਕਰ ਸਕਦਾ, ਚੇਂਜ ਵੀ ਕਰ ਸਕਦਾ। ਇਸ ਤਰ੍ਹਾਂ ਦੀ ਸਾਰੀ ਸਿਕਿਉਰਿਟੀ DBMS ਹੈਂਡਲ ਕਰ ਸਕਦਾ। ਡਾਟਾ ਇੰਡੀਪੈਂਡੈਂਸ। ਡਾਟਾ ਜਿਹੜਾ ਆ ਉਹ 3 ਲੈਵਲ ਦੇ ਵਿੱਚ ਅਸੀਂ ਉਹਨੂੰ ਵਿਊ ਕਰਦੇ ਹਾਂ। ਜਿਹੜਾ ਆਰਕੀਟੈਕਚਰ ਆ DBMS ਦਾ, 3 ਅਲੱਗ ਲੈਵਲ। ਇੱਕ ਤਾਂ ਇੰਟਰਨਲ ਲੇਅਰ ਹੋ ਗਈ ਜਿੱਥੇ ਫਿਜ਼ੀਕਲੀ ਡਾਟਾ ਸਟੋਰ ਹੁੰਦਾ ਹੈ ਫਾਈਲਸ ਦੇ ਵਿੱਚ, ਹਾਰਡ ਡਿਸਕ ਦੇ। ਇੱਕ ਕੰਸੈਪਚੁਅਲ ਲੈਵਲ ਹੁੰਦਾ ਹੈ, ਇੱਕ ਐਕਸਟਰਨਲ ਲੈਵਲ ਹੈ। ਤੁਸੀਂ ਜਿਹੜਾ ਦੇਖਦੇ ਹੋ ਐਕਸਟਰਨਲ ਲੈਵਲ ਹੈ, ਐਂਡ ਯੂਜ਼ਰ ਲੈਵਲ, ਜਿੱਥੇ ਤੁਹਾਨੂੰ ਜਿਸ ਤਰ੍ਹਾਂ ਦਾ ਡਾਟਾ ਤੁਹਾਨੂੰ ਚਾਹੀਦਾ ਸਿਰਫ ਉਨਾ ਹੀ ਦਿਖਾਇਆ ਜਾਂਦਾ, ਸਾਰਾ ਨਹੀਂ ਦਿਖਾਇਆ ਜਾਂਦਾ, ਉਹ ਐਕਸਟਰਨਲ ਲੈਵਲ। The architecture of the DBMS can be viewed as a 3-level system comprising the following: the internal or physical level where the data resides। ਇਹ physical ਮਤਲਬ ਹਾਰਡ ਡਿਸਕ ਦੇ ਉੱਤੇ ਡਾਟਾ ਪਿਆ ਹੋਏਗਾ। ਇੱਕ ਤਾਂ ਉਹ ਸਟਰਕਚਰ, ਉਹ ਸਿਰਫ ਉਹਨਾਂ ਨੂੰ ਪਤਾ ਜਿਹੜੇ ਡਾਟਾਬੇਸ ਐਡਮਿਨਿਸਟ੍ਰੇਟਰ ਨੇ, ਜਿਨ੍ਹਾਂ ਨੇ ਉਸਨੂੰ ਕੰਟਰੋਲ ਕਰਨਾ, ਸਰਵਰ ਨੂੰ ਕੰਟਰੋਲ। ਦੂਸਰਾ ਹੈ ਕੰਸੈਪਚੁਅਲ ਲੈਵਲ। ਦਾ ਕੰਸੈਪਚੁਅਲ ਲੈਵਲ ਵਿਚ ਇਜ਼ ਦਾ ਲੈਵਲ ਆਫ ਦਾ DBMS ਫੰਕਸ਼ਨਸ। ਇਹਦੇ ਵਿੱਚ ਅਸੀਂ ਡਾਟੇ ਨੂੰ, ਇਹ ਐਡਮਿਨਿਸਟ੍ਰੇਟਰ ਲੈਵਲ ਤੇ ਹੀ ਹੈ ਵੈਸੇ ਤਾਂ, ਜੋ ਸਰਵਰ ਤੇ ਕੰਟਰੋਲ ਕਰਦੇ ਨੇ, ਪਰ ਇਹਦਾ ਕੰਮ ਫਿਜ਼ੀਕਲ ਲੇਅਰ ਲੈਵਲ ਦਾ ਨਹੀਂ ਹੈ। ਇਹਦਾ ਮਤਲਬ ਹੈ ਕਿ ਉਹ ਡਾਟੇ ਦਾ ਜਿਹੜਾ ਸਟਰਕਚਰ ਕੰਪਲੀਟ ਬਣਿਆ ਹੋਇਆ, ਉਹਦੀ ਕੰਪਲੀਟ ਨੌਲੇਜ ਉਹਨਾਂ ਕੋਲ, ਕੰਪਲੀਟ ਸਟਰਕਚਰ, ਨੰਬਰ ਆਫ ਕਾਲਮਸ, ਆਲ ਕਾਲਮਸ, ਕਿ ਉਹ ਕਿਵੇਂ ਬਣਾਏ ਗਏ ਨੇ, ਉਹਨਾਂ ਦੇ ਨਾਮ ਕੀ ਨੇ, ਅਸਲੀ ਨਾਮ, ਕਿਉਂਕਿ ਦਿਖਾਉਣ ਵੇਲੇ ਉਹਨਾਂ ਦੇ ਨਾਮ ਹੋਰ ਦਿਖਾਏ ਜਾਂਦੇ ਨੇ। ਜਿਹੜੇ ਐਕਸਟਰਨਲ ਲੈਵਲ, ਐਕਸਟਰਨਲ ਲੈਵਲ ਵਿਚ ਇਜ਼ ਦਾ ਲੈਵਲ ਆਫ ਦਾ ਐਪਲੀਕੇਸ਼ਨ ਪ੍ਰੋਗਰਾਮ ਫॉर ਦਾ ਐਂਡ। ਜਿੱਥੇ ਜਾ ਕੇ ਸਾਨੂੰ ਮੰਨ ਲਓ ਨੇਮ, ਉੱਥੇ ਲਿਖਿਆ ਹੈਗਾ ਨੇਮ ਆਫ ਦਾ ਸਟੂਡੈਂਟ, ਉਹ ਤਾਂ ਹੋ ਗਿਆ ਐਕਸਟਰਨਲ ਲੈਵਲ ਤੇ ਸਾਨੂੰ ਦਿਖਾਇਆ ਜਾਂਦਾ।
ਅੰਦਰ ਸ਼ਾਇਦ ਐਨ ਸਟੂਡੈਂਟ ਲਿਖਿਆ ਹੋਵੇ, ਪੂਰਾ ਨਾਂ ਲਿਖਿਆ ਹੋਵੇ, ਨੇਮ ਆਫ ਦਾ ਕਨਸੈਪਚੁਅਲ ਲੈਵਲ। ਇਸ ਤਰ੍ਹਾਂ ਨਾਲ ਅਲੱਗ-ਅਲੱਗ ਲੈਵਲ ਤੇ ਅਲੱਗ-ਅਲੱਗ ਜਿਹੜਾ ਵਿਊਜ਼ ਨੇ ਉਹਦੇ ਬਣਦੇ ਨੇ, ਤੇ ਡਾਟਾ ਜਿਹੜਾ ਹੈ ਇੱਕ ਲੈਵਲ ਤੋਂ ਦੂਜੇ ਲੈਵਲ ਤੇ ਇੰਡੀਪੈਂਡੈਂਟ ਹੈ। ਪ੍ਰੋਵਾਈਡਿੰਗ ਬੈਕਅਪ ਐਂਡ ਰਿਕਵਰੀ। ਮੇਨ ਗੱਲ ਇਹ ਵੀ ਹੈ ਕਿ ਸਾਡਾ ਜਿਹੜਾ ਡਾਟਾ ਹੈ ਉਹ ਸਿਕਿਉਰਿਟੀ ਦੇ ਨਾਲ ਨਾਲ ਉਹਦੇ ਲਾਸ ਹੋਣ ਦਾ ਡਰ ਵੀ ਨਾ ਹੋਵੇ। ਕਿਉਂ ਬੈਂਕਾਂ ਦੇ ਵਿੱਚ ਕਿੰਨਾ ਡਾਟਾ ਹੈ, ਉਹ ਡਾਟਾ ਅਗਰ ਖਰਾਬ ਹੋ ਜਾਏਗਾ ਤਾਂ ਬਹੁਤ ਸਾਰਾ ਲਾਸ ਹੋ ਸਕਦਾ। DBMS must provide facilities for recovering from hardware or software failures। ऑपरेटिंग सिस्टम खराब हो गया, सिस्टम क्रैश हो गया, हार्ड डिस्क खराब हो गई, बर्न हो गई, कुछ भी हो जाए, डाटा लॉस नहीं होना चाहिए। DBMS इस गल की ਜਿਹੜੀ ਰਿਸਪੌਂਸਿਬਿਲਟੀ ਹੈ ਉਹ ਲੈਂਦਾ, ਪਰ ਉਹਨੂੰ ਕਨਫਿਗਰ ਕਰਨਾ ਪੈਂਦਾ। ਕਨਫਿਗਰ ਤਾਂ ਅਸੀਂ ਕਰਨਾ। ਦ ਬੈਕਅਪ ਐਂਡ ਰਿਕਵਰੀ ਸਬ ਸਿਸਟਮ ਹੈ ਜੋ DBMS ਦਾ, ਉਹ ਰਿਸਪੌਂਸਿਬਲ ਹੈ ਇਸ ਰਿਕਵਰੀ। ਉਹਦੇ 'ਚ ਕੀ ਕਰਦੇ ਨੇ, ਕਈ ਵਾਰ 2 ਸਰਵਰ ਲਾਏ ਜਾਂਦੇ ਨੇ, ਇੱਕ ਸਰਵਰ ਖਰਾਬ ਹੋ ਜਾਵੇ ਤਾਂ ਡਾਟਾ ਦੂਜੇ ਤੋਂ ਕਾਪੀ ਹੁੰਦਾ, ਨਾਲ ਦੀ ਨਾਲ ਉਹਦੇ ਤੇ ਕਾਪੀ 2 ਸਰਵਰਸ ਤੇ 3 ਸਰਵਰਸ ਤੇ ਨਾਲ ਦੀ ਨਾਲ ਹੁੰਦਾ ਰਹਿੰਦਾ। ਇੱਕ ਤੋਂ ਜ਼ਿਆਦਾ ਹਾਰਡ ਡਿਸਕ ਲਾਈਆਂ ਜਾਂਦੀਆਂ ਨੇ ਕਿ ਇੱਕ ਹਾਰਡ ਡਿਸਕ ਖਰਾਬ ਹੋ ਗਈ ਤਾਂ ਦੂਜੀ ਤੋਂ ਰਿਕਵਰੀ ਹੋ ਜਾਏਗੀ। ਇਸ ਤਰ੍ਹਾਂ ਦੇ ਅਲੱਗ-ਅਲੱਗ ਵੇਜ਼ ਨੇ। ਜੇ ਅਸੀਂ ਡੀਪਲੀ ਜਾਵਾਂਗੇ ਤਾਂ ਉਹ ਬੈਕਅਪ ਐਂਡ ਰਿਕਵਰੀ DBMS ਪ੍ਰੋਵਾਈਡ। For example, if the computer system fails in the middle of complex update program, the recovery subsystem is responsible for making sure that the database is restored in the state it was in prior to the program start execute, before the program started executing। ਮੰਨ ਲਓ ਤੁਸੀਂ ਕੋਈ ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਕਰ ਰਹੇ ਹੋ ਇਕੱਠੀਆਂ ਗਰੁੱਪ ਦੇ ਵਿੱਚ, ਤੇ ਵਿਚਾਲੇ ਕੋਈ ਲਾਈਟ ਚਲੀ ਗਈ ਜਾਂ ਕੋਈ ਹੋਰ ਪ੍ਰੋਬਲਮ ਇਦਾਂ ਦੀ ਕ੍ਰੈਸ਼ਿੰਗ ਆ ਗਈ, ਤਾਂ DBMS ਆਪਣੇ ਆਪ ਹੀ ਉਸ ਨੂੰ ਇਸ ਤਰ੍ਹਾਂ ਨਾਲ ਹੈਂਡਲ ਕਰਦਾ ਹੈ ਕਿ ਉਹ ਫੇਲ ਹੋਈ ਸੀ ਜਿਹੜੀ ਚੀਜ਼ ਵਿਚਕਾਰ, ਉਸ ਤੋਂ ਪਹਿਲਾਂ ਜਿਹੜੀ ਸਟੇਟ ਸੀ DBMS ਦੀ ਜਾਂ ਡਾਟੇ ਦੀ, ਉੱਥੇ ਵਾਪਸ ਲੈ ਜਾਂਦਾ ਹੈ, ਤਾਂ ਜੋ ਉਹ ਜਿਹੜੀ ਪ੍ਰੋਬਲਮ ਕ੍ਰੀਏਟ ਇਨਕਨਸਿਸਟੈਂਸੀ ਨਾਲ ਡਾਟੇ